मैं हर्षदीप संधू। शुरुआत करते हैं वड्डी खबर दे नाल। बठिंडा ते तरनताਰਨ प्रशासन ने फैसला लिया, शर्तां समेत सारियां दुकानां खोलण दी इजाजत दे दित्ती है। वख-वख थावां ते पंजाब 'च लगातार प्रदर्शन देखण नूं मिल रहे सी। दुकानदारां वल्लों दुकानां खोलण दी मंग कीती जा रही सी। हुण बठिंडा दे विच सोमवार तो शुक्रवार तक दुकानां खोलण दी इजाजत दे दित्ती गई है। दोपहर 2 वजे तक दुकानां खोलण दी इजाजत दित्ती गई है। 2 वजे तो बाद बठिंडा 'च वीकेंड कर्फ्यू रहेगा। सोमवार सवेरे 6 वजे तक ये वीकेंड कर्फ्यू रहेगा। तरनताਰਨ दे विच अज ट्रायल दे तौर ते दुकानां खोलीਆਂ ਜਾਣਗੀਆਂ। होर ਜ਼ਿਲ੍ਹਿਆਂ ਦਾ ਪ੍ਰਸ਼ਾਸਨ ਵੱਲੋਂ ਵੀ ਹੋਰ ਜ਼ਿਲ੍ਹਿਆਂ 'ਚ ਵੀ ਫੈਸਲੇ ਲਏ ਜਾ ਸਕਦੇ ਨੇ। ਦੁਕਾਨਦਾਰ ਦੁਕਾਨਾਂ ਬੰਦ ਰੱਖਣ ਦੇ ਫੈਸਲੇ ਦਾ ਲਗਾਤਾਰ ਵਿਰੋਧ ਕਰ ਰਹੇ ਸੀ, ਜਿਸ ਦੇ ਬਾਅਦ ਸਰਕਾਰ ਨੇ ਆਪਣੇ ਬੰਦਿਸ਼ਾਂ ਵਾਲੇ ਫੈਸਲੇ 'ਚ ਸੋਧ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੜਾਅਵਾਰ ਦੁਕਾਨਾਂ ਖੋਲਣ ਦਾ ਪਲਾਨ ਮੰਗਿਆ ਸੀ ਤੇ ਪ੍ਰਸ਼ਾਸਨ ਨੂੰ ਲੋੜ ਮੁਤਾਬਿਕ ਫੈਸਲਾ ਲੈਣ ਦਾ ਅਧਿਕਾਰ ਵੀ ਦੇ ਦਿੱਤਾ ਸੀ। ਤਾਂ ਹੁਣ ਬਠਿੰਡਾ ਤੇ ਤਰਨਤਾਰਨ ਦੇ ਵਿੱਚ ਦੁਕਾਨਾਂ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ ਤਰਨਤਾਰਨ ਦੇ ਵਿੱਚ ਅਜੇ ਟ੍ਰਾਇਲ ਬੇਸਿਸ ਦੇ ਉੱਤੇ ਅੱਜ ਦੁਕਾਨਾਂ ਖੁੱਲਣਗੀਆਂ। ਬਠਿੰਡਾ ਦੇ ਵਿੱਚ ਅੱਜ 2 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿਣਗੀਆਂ। ਤਾਂ ਬਠਿੰਡਾ ਤੇ ਤਰਨਤਾਰਨ ਦੇ ਵਿੱਚ ਦੁਕਾਨਾਂ ਖੁੱਲਣਗੀਆਂ। ਦੁਕਾਨਦਾਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਸੀ। ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲਣ ਦੀ ਮੰਗ ਕੀਤੀ ਜਾ ਰਹੀ ਸੀ। ਪੰਜਾਬ ਸਰਕਾਰ ਨੇ ਪਹਿਲਾਂ ਪਾਬੰਦੀਆਂ ਲਗਾਈਆਂ ਸੀ ਦੁਕਾਨਾਂ ਦੇ ਉੱਤੇ। ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ, ਮੈਡੀਕਲ ਸਟੋਰ ਤੇ ਮੋਬਾਈਲ ਰਿਚਾਰਜ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਤੇ ਬੰਦਿਸ਼ਾਂ ਲਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਕੁਝ ਰਿਆਇਤਾਂ ਦਿੱਤੀਆਂ ਗਈਆਂ ਸੀ। ਸ਼ਰਾਬ ਦੇ ਠੇਕੇ ਖੋਲਣ ਦੀ ਰਿਆਇਤ ਦਿੱਤੀ ਗਈ ਸੀ ਤੇ ਇੰਡਸਟਰੀਅਲ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਸੀ। ਲੇਕਿਨ ਬਾਕੀ ਦੁਕਾਨਾਂ ਵਾਲਿਆਂ ਵੱਲੋਂ ਸਵਾਲ ਚੁੱਕੇ ਜਾ ਰਹੇ ਸਨ ਲਗਾਤਾਰ ਕਿ ਕੀ ਸ਼ਰਾਬ ਜ਼ਰੂਰੀ ਵਸਤੂ ਹੈ? ਜੇ ਸ਼ਰਾਬ ਦੇ ਠੇਕੇ ਖੁੱਲ ਸਕਦੇ ਨੇ ਤਾਂ ਦੁਕਾਨਾਂ ਕਿਉਂ ਨਹੀਂ ਖੁੱਲ ਸਕਦੀਆਂ? ਤਾਂ ਉਸ ਨੂੰ ਲੈ ਕੇ ਹੁਣ ਬਠਿੰਡਾ ਤੇ ਤਰਨਤਾਰਨ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ। ਕੁਝ ਸ਼ਰਤਾਂ ਦੇ ਨਾਲ ਦੁਕਾਨਾਂ ਖੋਲਣਗੀਆਂ। ਟਾਈਮ ਟੇਬਲ ਤਿਆਰ ਕੀਤਾ ਗਿਆ ਦੁਕਾਨਾਂ ਖੋਲਣ ਦੇ ਲਈ। ਬਠਿੰਡਾ ਦੇ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਖੁੱਲਣਗੀਆਂ। ਤਰਨਤਾਰਨ ਦੇ ਵਿੱਚ ਅੱਜ ਪਹਿਲਾਂ ਟ੍ਰਾਇਲ ਬੇਸਿਸ ਦੇ ਉੱਤੇ ਦੁਕਾਨਾਂ ਖੋਲੀਆਂ ਜਾਣਗੀਆਂ, ਫਿਰ ਕੋਈ ਪੱਕਾ ਫੈਸਲਾ ਲਿਆ ਜਾਵੇਗਾ। ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਫੈਸਲੇ ਆ ਸਕਦੇ ਨੇ। ਪ੍ਰਸ਼ਾਸਨ ਨੂੰ ਸਰਕਾਰ ਦੇ ਵੱਲੋਂ ਹੁਣ ਅਧਿਕਾਰ ਦੇ ਦਿੱਤਾ ਗਿਆ ਕਿ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਹਾਲਾਤਾਂ ਦੇ ਮੁਤਾਬਕ ਦੁਕਾਨਾਂ ਖੋਲ ਸਕਦੇ ਨੇ ਤੇ ਇੱਕ ਪੜਾਅਵਾਰ ਦੁਕਾਨਾਂ ਖੋਲਣ ਦਾ ਪਲਾਨ ਵੀ ਸਰਕਾਰ ਦੇ ਵੱਲੋਂ ਉਹਨਾਂ ਤੋਂ ਮੰਗਿਆ ਗਿਆ। ਤਾਂ ਬੰਦਿਸ਼ਾਂ ਦੇ ਫੈਸਲੇ ਦਾ ਲਗਾਤਾਰ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਹੁਣ ਦੁਕਾਨਦਾਰਾਂ ਨੂੰ ਥੋੜੀ ਰਾਹਤ ਇਸ ਮਾਮਲੇ ਦੇ ਵਿੱਚ ਮਿਲਦੀ ਨਜ਼ਰ ਆ ਰਹੀ ਹੈ, ਕਿਉਂਕਿ ਰੋਜ਼ੀ ਰੋਟੀ ਜੁੜੀ ਹੁੰਦੀ ਹੈ। ਦੁਕਾਨਦਾਰਾਂ ਦਾ ਵਾਰ-ਵਾਰ ਕਹਿਣਾ ਸੀ ਕਿ ਦੁਕਾਨਾਂ ਬੰਦ ਕਰਕੇ ਉਹ ਰੋਟੀ ਕਿਵੇਂ ਖਾਣਗੇ, ਜਾਂ ਤਾਂ ਸਰਕਾਰ ਉਹਨਾਂ ਨੂੰ ਕੋਈ ਆਰਥਿਕ ਮਦਦ ਦੇਵੇ, ਉਹਨਾਂ ਨੂੰ ਰਾਸ਼ਨ ਦੇਵੇ ਤਾਂ ਉਹ ਬੰਦ ਕਰਕੇ ਬੈਠ ਸਕਦੇ ਨੇ, ਨਹੀਂ ਤਾਂ ਉਹਨਾਂ ਨੂੰ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਵੱਖ-ਵੱਖ ਥਾਵਾਂ ਤੇ ਦੁਕਾਨਦਾਰਾਂ ਦੇ ਵੱਲੋਂ ਸੁਝਾਅ ਵੀ ਦਿੱਤੇ ਗਏ ਸਨ ਕਿ ਤੁਸੀਂ ਹਫ਼ਤੇ ਦੇ ਵਿੱਚ ਸਾਨੂੰ 3 ਦਿਨ ਦੁਕਾਨਾਂ ਖੋਲਣ ਦੀ ਇਜਾਜ਼ਤ ਦੇ ਦਿਓ ਜਾਂ ਕੋਈ ਟਾਈਮ ਦੀ ਪਾਬੰਦੀ ਲਗਾ ਦਿਓ, ਲੇਕਿਨ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਹੁਣ ਬਠਿੰਡਾ ਤੇ ਤਰਨਤਾਰਨ ਦੇ ਵਿੱਚ ਫਿਲਹਾਲ ਇਹ ਫੈਸਲਾ ਆਇਆ। ਬਠਿੰਡਾ ਦੇ ਵਿੱਚ ਦੁਕਾਨਾਂ ਖੋਲ ਦਿੱਤੀਆਂ ਗਈਆਂ ਨੇ। ਟਾਈਮ ਦੀ ਪਾਬੰਦੀ ਜ਼ਰੂਰ ਹੋਏਗੀ। ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਦੁਕਾਨਾਂ ਖੁੱਲਣਗੀਆਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਕਾਨਾਂ ਖੁੱਲੀਆਂ ਰਹਿਣਗੀਆਂ। ਵੀਕਐਂਡ ਕਰਫਿਊ ਰਹੇਗਾ ਤੇ ਉਧਰ ਤਰਨਤਾਰਨ ਦੇ ਵਿੱਚ ਟ੍ਰਾਇਲ ਦੇ ਤੌਰ ਤੇ ਅੱਜ ਦੁਕਾਨਾਂ ਖੋਲੀਆਂ ਜਾਣਗੀਆਂ। ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਫੈਸਲੇ ਦੇਖਣ ਨੂੰ ਮਿਲ ਸਕਦੇ ਨੇ। ਤਾਂ ਬਠਿੰਡਾ ਤੋਂ ਸਾਡੇ ਸਹਿਯੋਗੀ ਸੂਰਜ ਭਾਨ ਫੋਨ ਲਾਈਨ ਤੇ ਜੁੜੇ ਨੇ। ਸੂਰਜ, ਕੀ ਹੈ ਪੂਰੀ ਜਾਣਕਾਰੀ? ਬਠਿੰਡਾ ਦੇ ਵਿੱਚ ਇਜਾਜ਼ਤ ਦਿੱਤੀ ਗਈ ਹੈ ਦੁਕਾਨਾਂ ਖੋਲਣ ਦੀ। ਪਹਿਲਾਂ ਵੀ ਲਗਾਤਾਰ ਪ੍ਰਦਰਸ਼ਨ ਦੁਕਾਨਦਾਰਾਂ ਦੇ ਵੱਲੋਂ ਇਸ ਮਾਮਲੇ ਤੇ ਕੀਤੇ ਜਾ ਰਹੇ ਸੀ। ਦੇਖੋ, ਜਗ੍ਹਾ ਤੇ ਪ੍ਰਦਰਸ਼ਨਾਂ ਤੋਂ ਬਾਅਦ ਆਖਿਰਕਾਰ ਚਾਹੇ ਉਹ ਸਰਕਾਰ ਹੋਵੇ ਚਾਹੇ ਡਿਪਟੀ ਕਮਿਸ਼ਨਰ ਹੋਣ, ਉਹਨਾਂ ਨੂੰ ਫੈਸਲਾ ਬਦਲਣਾ ਪਿਆ ਹੈ ਔਰ ਹਫ਼ਤੇ ਦੇ ਵਿੱਚ 2 ਦਿਨ ਪ੍ਰੋਪਰ ਲੋਕਡਾਊਨ ਰਹੇਗਾ, ਪੂਰਾ ਕਰਫਿਊ ਲੱਗਿਆ ਰਹੇਗਾ ਔਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਰੀਆਂ ਦੁਕਾਨਾਂ ਖੋਲਣ ਵਾਸਤੇ ਜਿਹੜੀ ਇਜਾਜ਼ਤ ਹੈ ਉਹ ਦੇ ਦਿੱਤੀ ਗਈ ਹੈ। ਹਾਲਾਂਕਿ ਸਮਾਂ ਉਸਦਾ ਫਿਕਸ ਕਰ ਦਿੱਤਾ ਗਿਆ, 10 ਵਜੇ ਤੋਂ ਲੈ ਕੇ ਸਮਾਂ ਹੈ ਜਿਹੜਾ ਉਹ ਰੱਖਿਆ ਗਿਆ ਹੈਗਾ, ਤਾਂ ਕਰਕੇ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਸੀ ਜਿਹੜੇ ਖੱਜਲ ਖੁਆਰ ਹੋ ਰਹੇ ਸੀ ਔਰ ਲੋਕਾਂ ਦਾ ਕੰਮਕਾਜ ਬੰਦ ਹੋ ਰਿਹਾ ਸੀ, ਉਸ ਨੂੰ ਦੇਖਦੇ ਹੋਏ ਕੱਲ੍ਹ ਹੈ ਜਿਹੜਾ ਬਠਿੰਡਾ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ। ਜੀ ਸੂਰਜ, ਕੋਈ ਕਿਸੇ ਹੋਰ ਕਿਸਮ ਦੀਆਂ ਪਾਬੰਦੀਆਂ ਵੀ ਹੋਣਗੀਆਂ ਕਿਉਂਕਿ ਕੋਰੋਨਾ ਵਾਇਰਸ ਦੇ ਚੱਲਦੇ ਹੀ ਇਹ ਦੁਕਾਨਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਪਿਛਲੇ ਸਾਲ ਜਿਸ ਕਿਸਮ ਦੀਆਂ ਪਾਬੰਦੀਆਂ ਲਾਈਆਂ ਗਈਆਂ ਸੀ ਕਿ ਇੱਕ ਸਮੇਂ ਦੇ ਉੱਤੇ ਦੁਕਾਨ ਦੇ ਵਿੱਚ 3 ਜਾਂ 4 ਜਾਂ 5 ਵਿਅਕਤੀ ਹੀ ਜਾ ਸਕਣਗੇ, ਕਿ ਉਸ ਕਿਸਮ ਦੀਆਂ ਵੀ ਕੋਈ ਪਾਬੰਦੀਆਂ ਲਾਈਆਂ ਜਾਣਗੀਆਂ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ? ਦੇਖੋ, ਕੋਵਿਡ ਕਾਲ ਚੱਲ ਰਿਹਾ। ਕੋਵਿਡ ਦੇ ਵਿੱਚ ਜਿਹੜੀਆਂ ਪਾਬੰਦੀਆਂ ਨੇ, ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋ ਗਈ, ਦੂਰੀ ਬਣਾ ਕੇ ਰੱਖਣ ਦੀ ਗੱਲ ਹੋ ਗਈ, ਹੋਰ ਤਮਾਮ ਤਰ੍ਹਾਂ ਦੀ ਜਿਹੜੀ ਗਾਈਡਲਾਈਨਸ ਹੈ ਉਹ ਗਾਈਡਲਾਈਨ ਉਸੇ ਤਰ੍ਹਾਂ ਲੋਕਾਂ ਨੂੰ ਫੋਲੋ ਕਰਨਾ ਹੋਵੇਗਾ। ਘੱਟ ਨਹੀਂ ਬਣਾ ਕੇ ਰੱਖਣਾ ਹੋਵੇਗਾ, ਬਿਨਾਂ ਮਾਸਕ ਤੋਂ ਨਹੀਂ ਘੁੰਮਣਾ ਹੋਵੇਗਾ। ਜ਼ਿਆਦਾ ਲੋਕਾਂ ਨੇ
ਵਹੀਕਲਸ ਦੇ ਉੱਪਰ ਸਵਾਰੀ ਨਹੀਂ ਕਰਨੀ ਕਿ ਉਹ तमाम ਗਾਈਡਲਾਈਨ ਨੇ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ। ਜੀ ਸ਼ੁਕਰੀਆ ਸੂਰਜ ਇਸ तमाम ਜਾਣਕਾਰੀ ਦੇ ਲਈ। ਤਾਂ ਬਠਿੰਡਾ ਤੇ ਤਰਨਤਾਰਨ ਦੇ ਵਿੱਚ ਦੁਕਾਨਾਂ ਖੋਲਣ ਦਾ ਫੈਸਲਾ ਲੈ ਲਿਆ ਗਿਆ। ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਕਿਸਮ ਦੇ ਫੈਸਲੇ ਆ ਸਕਦੇ ਨੇ। ਦੁਕਾਨਦਾਰਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ। ਤੇ ਉਧਰ ਪੰਜਾਬ 'ਚ ਮੁਕੰਮਲ ਲਾਕਡਾਊਨ ਦੀ ਮੰਗ ਇੱਕ ਵਾਰ ਫੇਰ ਉੱਠੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਵਾਰ-ਵਾਰ ਸਾਫ਼ ਕੀਤਾ ਸੀ ਕਿ ਪੰਜਾਬ 'ਚ ਫਿਲਹਾਲ ਲਾਕਡਾਊਨ ਦੀ ਲੋੜ ਨਹੀਂ, ਲੇਕਿਨ ਸੰਸਦਾਂ ਦੇ ਨਾਲ ਮੀਟਿੰਗ ਦੇ ਵਿੱਚ ਹੁਣ ਕਾਂਗਰਸ ਸੰਸਦਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੁਝਾਅ ਦਿੱਤਾ ਹੈ, ਕਿਹਾ ਹੈ ਕਿ ਹਾਲਾਤ ਨੂੰ ਦੇਖਦੇ ਹੋਏ ਮੁਕੰਮਲ ਲਾਕਡਾਊਨ ਲਗਾਉਣਾ ਚਾਹੀਦਾ ਹੈ। ਇਹ ਵੀ ਕਿਹਾ ਹੈ ਕਿ ਤੀਸਰੀ ਵੇਵ ਤੋਂ ਪਹਿਲਾਂ ਤਿਆਰੀ ਕਰਨੀ ਹੋਵੇਗੀ। ਕੇਂਦਰ ਵੀ ਤੀਸਰੀ ਵੇਵ ਆਉਣ ਦੀ ਸੰਭਾਵਨਾ ਜਤਾ ਚੁੱਕਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਕਸੀਜਨ ਲੈਣ ਲਈ ਹਾਈ ਕੋਰਟ ਜਾਣਾ ਚਾਹੀਦਾ। ਹਾਈ ਕੋਰਟ ਜਾਣ ਦਾ ਵੀ ਸੁਝਾਅ ਉਹਨਾਂ ਦੇ ਵੱਲੋਂ ਦਿੱਤਾ ਗਿਆ। ਕਿਹਾ ਗਿਆ ਕਿ ਜੇ ਕੇਂਦਰ ਆਕਸੀਜਨ ਨਹੀਂ ਦਿੰਦਾ ਤਾਂ ਪਾਕਿਸਤਾਨ ਤੋਂ ਆਕਸੀਜਨ ਲਈ ਜਾਵੇ। ਤਾਂ ਕੱਲ ਦੀ ਮੀਟਿੰਗ ਦੇ ਵਿੱਚ ਸੰਸਦਾਂ ਨੇ ਸੁਝਾਅ ਦਿੱਤਾ ਹੈ ਕਿ ਮੁਕੰਮਲ ਲਾਕਡਾਊਨ ਪੰਜਾਬ ਦੇ ਵਿੱਚ ਲਾ ਦੇਣਾ ਚਾਹੀਦਾ। ਪਹਿਲਾਂ ਵੀ ਸਿਹਤ ਮੰਤਰੀ ਨੇ ਵੀ ਇਹ ਸੁਝਾਅ ਦਿੱਤਾ ਸੀ, ਲੇਕਿਨ ਮੁੱਖ ਮੰਤਰੀ ਨੇ ਸਾਫ਼ ਕੀਤਾ ਸੀ ਕਿ ਅਜੇ ਪੰਜਾਬ ਦੇ ਵਿੱਚ ਪਾਬੰਦੀਆਂ ਹੋਰ ਸੂਬਿਆਂ ਨਾਲੋਂ ਵੀ ਜ਼ਿਆਦਾ ਨੇ। ਲੇਕਿਨ ਹੁਣ ਸੁਝਾਅ ਇੱਕ ਵਾਰ ਫੇਰ ਦਿੱਤਾ ਗਿਆ ਹੈ, ਸੰਸਦਾਂ ਦੇ ਵੱਲੋਂ ਦਿੱਤਾ ਗਿਆ ਹੈ ਕਿ ਮੁਕੰਮਲ ਲਾਕਡਾਊਨ ਲਾਉਣਾ ਚਾਹੀਦਾ ਹੈ। ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਗਾਈਡਲਾਈਨ ਜ਼ਰੂਰ ਫੋਲੋ ਕਰੋ। ਕੋਈ ਇਹੋ ਜਿਹਾ ਮਾਹੌਲ ਪੈਦਾ ਨਾ ਕਰੀਏ ਜਿਹਦੇ ਕਰਕੇ ਇੰਜ ਲੱਗੇ ਕਿ ਇਹ ਬਿਮਾਰੀ ਦੀ ਜਿਹੜੀ ਭਿਆਨਕਤਾ ਉਹਨੂੰ ਸਮਝਦੇ ਨਹੀਂ, ਉਹਦੀ ਨਜਾਕਤ ਨੂੰ ਨਹੀਂ ਸਮਝਦੇ, ਕਿਉਂਕਿ ਮੌਤ ਦਰ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਜਿਹੜਾ ਤੀਜਾ ਸਟ੍ਰੇਨ ਆਉਣਾ ਆ ਉਹ ਇਹਦੇ ਤੋਂ ਵੀ ਖਤਰਨਾਕ ਹੈ। ਉਹ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਕਹਾਂਗੇ ਪ੍ਰਮਾਤਮਾ ਕਰੇ ਇਹ ਤੋਂ ਬਚਾਅ ਹੋਵੇ, ਪਰ ਜਿਹੜੀ ਚੀਜ਼ ਦਿਖ ਰਹੀ ਆ ਹੋਣੀ ਆ ਉਹ ਤੋਂ ਆਪਾਂ ਨੂੰ ਬਚਾਅ ਕਰਨਾ ਚਾਹੀਦਾ। ਆਪਣੇ ਪਰਿਵਾਰ ਨੂੰ, ਆਪਣੇ ਸਾਰੇ ਲੋਕਾਂ ਨੂੰ ਸਾਨੂੰ ਬਚਾਉਣਾ ਚਾਹੀਦਾ। ਸਾਰੇ ਮੈਂਬਰ ਸਾਹਿਬਾਨ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਪੂਰਨ ਤੌਰ ਤੇ ਕਰੋਨਾ ਦੀ ਲੜਾਈ ਦੇ ਵਿੱਚ ਸਾਰੇ ਇਕਮੁੱਠ ਹੋ ਕੇ ਇਸ ਦੇ ਵਿਰੁੱਧ ਜੰਗ ਜਿਹੜੀ ਉਹ ਲੜੀ ਜਾਏਗੀ। ਔਰ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਦੇ ਨਾਲ, ਹੈਲਥ ਮਿਨਿਸਟਰ ਦੇ ਨਾਲ ਤੇ ਹੋਰ ਵੀ ਜਿੱਥੇ ਲੋੜ ਪੈਂਦੀ ਹੈ ਸਾਨੂੰ, ਅਸੀਂ ਸਾਰੇ ਮੈਂਬਰ ਪਾਰਲੀਮੈਂਟ ਇਕੱਠੇ ਹੋ ਕੇ ਆਕਸੀਜਨ ਦੀ ਔਰ ਜਿਹੜੇ ਟੈਂਕਰ ਨੇ ਜਿਨ੍ਹਾਂ 'ਚ ਆਕਸੀਜਨ ਲੈ ਕੇ ਆਂਦੀ ਜਾਂਦੀ ਹੈ, ਕੋਈ ਸਪੈਸ਼ਲ ਟੈਂਕਰ ਨੇ ਉਹਨਾਂ ਦੇ, ਉਹ ਸਾਡੇ ਕੋਲ ਬੜੀ ਵੱਡੀ ਸ਼ਾਰਟੇਜ ਹੈ। ਉਹਨਾਂ ਦੀ ਲੜਾਈ ਜਿਹੜੀ ਹੈ ਉਹ ਕੇਂਦਰ ਦੇ ਨਾਲ ਜਾ ਕੇ ਗੱਲਬਾਤ ਕਰਕੇ ਉਹਦਾ ਮਸਲਾ ਜਿਹੜਾ ਹੱਲ ਕੀਤਾ ਜਾਏਗਾ। ਉਧਰ ਸੋਨੀਆ ਗਾਂਧੀ ਦੀ ਅੱਜ ਬੈਠਕ ਹੋਏਗੀ ਸੰਸਦਾਂ ਦੇ ਨਾਲ। ਕੋਰੋਨਾ ਮਸਲੇ ਦੇ ਉੱਤੇ ਅੱਜ ਮੀਟਿੰਗ ਕੀਤੀ ਜਾਵੇਗੀ ਸੋਨੀਆ ਗਾਂਧੀ ਦੇ ਵੱਲੋਂ। ਸੋਨੀਆ ਗਾਂਧੀ ਕਾਂਗਰਸ ਪਾਰਟੀ ਦੇ ਸੰਸਦਾਂ ਦੇ ਨਾਲ ਮੀਟਿੰਗ ਕਰਨਗੇ ਤੇ ਹਾਲਾਤ ਦੇ ਉੱਤੇ ਚਰਚਾ ਕਰਨਗੇ। ਅੱਜ 11 ਵਜੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਹ ਬੈਠਕ ਹੋਵੇਗੀ। ਸੋਨੀਆ ਗਾਂਧੀ ਦੇ ਵੱਲੋਂ ਆਪਣੀ ਪਾਰਟੀ ਦੇ ਐਮਪੀਜ਼ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ। ਕੋਰੋਨਾ ਹਾਲਾਤਾਂ ਦੇ ਉੱਤੇ ਚਰਚਾ ਕੀਤੀ ਜਾਵੇਗੀ। ਤੇ ਉਧਰ ਜਿੱਥੇ ਕੋਰੋਨਾ ਕਾਲ ਦੇ ਵਿੱਚ ਚੰਗੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ, ਇਨਸਾਨੀਅਤ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲ ਰਹੀਆਂ ਨੇ, ਉੱਥੇ ਕੋਰੋਨਾ ਕਾਲ ਦੇ ਵਿੱਚ ਇਨਸਾਨੀਅਤ ਮਰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ। ਐਂਬੂਲੈਂਸ ਚਾਲਕ ਤੇ ਹੁਣ ਗੰਭੀਰ ਇਲਜ਼ਾਮ ਲੱਗੇ ਨੇ। 1,20,000 ਰੁਪਏ ਵਸੂਲਣ ਦੇ ਇਲਜ਼ਾਮ ਐਂਬੂਲੈਂਸ ਚਾਲਕ ਤੇ ਲੱਗੇ ਨੇ। ਗੁਰੂਗ੍ਰਾਮ ਤੋਂ ਲੁਧਿਆਣਾ ਤੱਕ 1,20,000 ਰੁਪਏ ਵਸੂਲੇ ਗਏ ਨੇ। ਗੁਰੂਗ੍ਰਾਮ ਤੋਂ ਲੁਧਿਆਣਾ ਇੱਕ ਮਰੀਜ਼ ਨੂੰ ਲਿਆਉਣ ਦੇ ਲਈ 1,20,000 ਰੁਪਏ ਐਂਬੂਲੈਂਸ ਦੇ ਲਈ ਵਸੂਲੇ ਗਏ ਨੇ। ਕੋਰੋਨਾ ਪੀੜਤ ਮਹਿਲਾ ਨੂੰ ਲੁਧਿਆਣਾ ਪਹੁੰਚਾਇਆ ਗਿਆ। ਦਿੱਲੀ ਦਾ ਇਹ ਐਂਬੂਲੈਂਸ ਚਾਲਕ ਦੱਸਿਆ ਜਾ ਰਿਹਾ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਤਾਂ ਜਿੱਥੇ ਇਨਸਾਨੀਅਤ ਨੂੰ ਬੁਲੰਦ ਕਰਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਉੱਥੇ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਵੀ नजर आ रही हैं। सरकार ने बहुत अच्छा फैसला लिया और जिन्होंने गलत चार्ज किया है उन पे हम पीछे भी साहब से मिले थे, कार्रवाई होनी चाहिए क्योंकि इस तरह से तो पैसा बदनाम हो जाता है। मैं इसमें अपने सालों से लगा हूँ, मेरी ज़िंदगी इसमें लगा दी, मैंने अपने घर का पैसा भी सारा इसमें लगा दिया। सेवा अलग चीज़ है। हम जब कभी कोई आपदा आई है तो हमने एसोसिएशन की तरफ से 2-2 महीने तक फ्री एम्बुलेंस चलाई है। 1 नहीं 2 नहीं 5-5 एम्बुलेंस चलाई है और हमेशा हमने कह रखा है किसी साथी को अगर एम्बुलेंस ना मिले तो हम देने के लिए फ्री तैयार रहते हैं। लेकिन कुछ एक ऐसे साथी है जिनका हमें भी पूरी तरह से नहीं पता, जिन्होंने इस पैसे को बदनाम करा, उन पर कार्रवाई होनी चाहिए। गुरुग्राम तो साडे सहयोगी धर्मवीर नाल जुड़े ने। धर्मवीर, क्या है ये पूरा मामला और प्रशासन क्या कार्रवाई कर रहा है इस पूरे मामले में?
देखिए, डेरा फेस 1 का रहने वाला एक परिवार है जिनके घर में उनकी जो माँ थी वो कोरोना पॉजिटिव थी। उनको अस्पताल में भर्ती करवाना था, लेकिन गुरुग्राम में जब कहीं भी बेड नहीं मिला तो उन्होंने लुधियाना के एक अस्पताल में उनको भर्ती करवाना था। तो उसके लिए उन्होंने एक एम्बुलेंस जो है वो हायर की थी और इस एम्बुलेंस चालक ने उनसे 1,20,000 रुपए वसूले हैं, जो कि बहुत ज्यादा है। और इसी को लेकर के जब उन्होंने ये सोशल मीडिया पर जब इस तरह की वो पोस्ट डाली तो उसके बाद प्रशासन भी हरकत में आया। पुलिस ने इस पूरे मामले पर संज्ञान लिया है और वहीं जो गुरुग्राम जो एम्बुलेंस एसोसिएशन के लोग हैं उनका कहना है कि ये एम्बुलेंस गुरुग्राम की नहीं है बल्कि दिल्ली के कहीं की है और उन लोगों ने ये काम किया है जो कि बेहद गलत है और इसके ऊपर कार्रवाई होनी चाहिए। लेकिन अभी तक ऐसी कोई कार्रवाई की नहीं गई है। हालांकि दिल्ली सरकार और हरियाणा सरकार ने दोनों ने ही एम्बुलेंस के लिए जो रेट जो है वो जरूर तय कर दिए हैं, लेकिन जिस तरह से पैसे वसूले गए हैं इसके ऊपर बड़े सवाल उठ रहे हैं। जी शुक्रिया धर्मवीर इस तमाम जानकारी के लिए। ਤਾਂ ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਨੇ ਐਂਬੂਲੈਂਸ ਦੇ ਲਈ ਰੇਟ ਜ਼ਰੂਰ ਤੈਅ ਕਰ ਦਿੱਤੇ ਨੇ, ਲੇਕਿਨ ਇਸ ਮਾਮਲੇ ਦੇ ਵਿੱਚ ਫਿਲਹਾਲ ਕੋਈ ਕਾਰਵਾਈ ਨਹੀਂ ਹੋਈ। उधर दिल्ली हाईकोर्ट ने दिल्ली सरकार दे उत्ते सख्त टिप्पणी की है। क्या है कि दिल्ली सरकार शुतुरमुर्ग की तरह का वतीरा कर रही है। इस किस्म की टिप्पणी केंद्र सरकार दे उत्ते भी दिल्ली हाईकोर्ट दे वल्लों की गई सी। कहा गया सी कि तुसीं शुतुरमुर्ग की तरह अपना सिर मिट्टी 'च दब के रख सकते हो, असीं ਜਿਹੜੀਆਂ मौतां हो रही ने उसनूं अणगौलिया नहीं करांगे। तो हुण ओहो ਜਿਹੀ टिप्पणी दिल्ली सरकार दे उत्ते भी हुई है। दिल्ली 'च सेहत सहूलतां दी माड़ी हालत दे उत्ते ਇਹ टिप्पणी हाईकोर्ट दे वल्लों की गई है। कहा गया है कि दिल्ली 'च ना ऑक्सीजन है, ना बैड है, ना वेंटीलेटर है। ऑक्सीजन संकट ते हाईकोर्ट 'च अज भी सुनवाई होवेगी। अज लगातार 17वें दिन हाईकोर्ट दे विच सुनवाई जारी रहेगी। ਤੇ ਉਧਰ ਵਿਦੇਸ਼ੀ ਮਦਦ ਪਹੁੰਚਣ ਦਾ ਸਿਲਸਿਲਾ ਵੀ ਜਾਰੀ ਹੈ। ਸਵਿਟਜ਼ਰਲੈਂਡ ਤੋਂ ਮਦਦ ਦੀ ਖੇਪ ਪਹੁੰਚੀ ਹੈ। 600 ਆਕਸੀਜਨ ਕਨਸੈਂਟਰੇਟਰ ਲੈ ਕੇ ਭਾਰਤ ਇੱਕ ਜਹਾਜ਼ ਪਹੁੰਚਿਆ ਹੈ। 50 ਵੈਂਟੀਲੇਟਰ ਦੇ ਹੋਰ ਮੈਡੀਕਲ ਉਪਕਰਨ ਵੀ ਇਸ ਦੇ ਵਿੱਚ ਸ਼ਾਮਲ ਨੇ। ਨੈਦਰਲੈਂਡ ਤੋਂ ਵੀ 449 ਵੈਂਟੀਲੇਟਰ ਤੇ 100 ਕਨਸੈਂਟਰੇਟਰ ਭਾਰਤ ਪਹੁੰਚੇ ਨੇ। ਕੱਲ ਬੈਂਕਾਕ ਤੇ ਸਿੰਗਾਪੁਰ ਤੋਂ ਵੀ ਭਾਰਤ ਨੂੰ ਮਦਦ ਮਿਲੀ ਸੀ। ਤਾਂ ਵੱਖ-ਵੱਖ ਦੇਸ਼ਾਂ ਦੇ ਵੱਲੋਂ ਭਾਰਤ ਦੀ ਮਦਦ ਕੀਤੀ ਜਾ ਰਹੀ ਹੈ। ਇਸ ਔਖੀ ਘੜੀ ਦੇ ਵਿੱਚ ਜਿੱਥੇ ਭਾਰਤ ਦੇ ਵਿੱਚ ਲਗਾਤਾਰ ਕੇਸਸ ਦੀ ਗਿਣਤੀ ਵੱਧ ਰਹੀ ਹੈ, ਮੌਤਾਂ ਦੇ ਅੰਕੜੇ ਵੀ ਸਾਹਮਣੇ ਆ ਰਹੇ ਨੇ, ਤਾਂ ਉੱਥੇ ਵੱਖ-ਵੱਖ ਦੇਸ਼ਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਭਾਰਤ ਦੀ। ਚਾਹੇ ਆਕਸੀਜਨ ਕਨਸੈਂਟਰੇਟਰਸ ਦੀ ਗੱਲ ਹੋਵੇ, ਚਾਹੇ ਹੋਰ ਜਿਹੜੇ ਉਪਕਰਨ ਨੇ, ਮੈਡੀਕਲ ਉਪਕਰਨ ਨੇ, ਵੈਂਟੀਲੇਟਰਸ ਨੇ, ਉਹਨਾਂ ਦੀ ਗੱਲ ਹੋਵੇ, ਵੱਖ-ਵੱਖ ਦੇਸ਼ਾਂ ਦੇ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਅੱਜ ਸਵਿਟਜ਼ਰਲੈਂਡ ਤੋਂ ਭਾਰਤ ਦੇ ਲਈ ਮਦਦ ਪਹੁੰਚੀ ਹੈ। ਦੋ ਤਸਵੀਰਾਂ ਨੇ, ਇੱਕ ਸਵਿਟਜ਼ਰਲੈਂਡ ਦੀ ਹੈ, ਇੱਕ ਨੈਦਰਲੈਂਡ ਦੀ ਹੈ। ਦੋਵਾਂ ਦੇਸ਼ਾਂ ਦੇ ਵਿੱਚੋਂ ਭਾਰਤ ਦੇ ਲਈ ਮਦਦ ਪਹੁੰਚੀ ਹੈ। ਆਕਸੀਜਨ ਕਨਸੈਂਟਰੇਟਰ, ਵੈਂਟੀਲੇਟਰ ਤੇ ਹੋਰ ਜਿਹੜੇ ਸਿਹਤ ਸਹੂਲਤਾਂ ਦੇ ਨਾਲ ਜੁੜੇ ਹੋਏ ਉਪਕਰਨ ਨੇ ਉਹ ਭਾਰਤ ਭੇਜੇ ਗਏ। उधर कोरोना काल च SGPC ਦੀ ਵੀ ਪਹਿਲ ਸਾਹਮਣੇ ਆਈ ਹੈ। ਗੁਰਦੁਆਰੇ ਦੇ ਵਿੱਚ ਆਕਸੀਜਨ ਦੇ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ। ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਗੁਰਦੁਆਰੇ 'ਚ 20 ਬੈੱਡਾਂ ਵਾਲਾ ਹਸਪਤਾਲ ਵੀ ਸ਼ੁਰੂ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਦੌਰਾ ਕੀਤਾ। ਲੋੜਵੰਦਾਂ ਨੂੰ ਮੁਫਤ 'ਚ ਇੱਥੇ ਆਕਸੀਜਨ ਸਹੂਲਤ ਦਿੱਤੀ ਜਾਵੇਗੀ। ਬੀਬੀ ਜਗੀਰ ਕੌਰ ਦਾ ਇਹ ਬਿਆਨ ਹੈ। ਲੋੜਵੰਦਾਂ ਨੂੰ ਮੁਫਤ ਦੇ ਵਿੱਚ ਇੱਥੇ ਸਹੂਲਤ ਦਿੱਤੀ ਜਾਵੇਗੀ। 20 ਬੈੱਡਾਂ ਦਾ ਕੋਵਿਡ ਕੇਅਰ ਸੈਂਟਰ ਇੱਥੇ ਬਣਾਇਆ ਗਿਆ। ਗੁਰਦੁਆਰਾ ਆਲਮਗੀਰ ਸਾਹਿਬ ਦੀਆਂ ਇਹ ਤਸਵੀਰਾਂ ਨੇ। ਆਕਸੀਜਨ ਵੀ ਇਸ ਜਗ੍ਹਾ ਦੇ ਉੱਤੇ ਉਪਲਬਧ ਕਰਵਾਈ ਜਾਵੇਗੀ। जिस दिन तो ਇਹ ਪਰੇਸ਼ਾਨੀ ਦਾ ਪਤਾ ਲੱਗਾ ਉਸ ਦਿਨ ਤੋਂ ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਸਾਰੇ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਾਂ। ਪਰ ਅਫਸੋਸ ਕਿ ਜਿਹੜੀ ਚੀਜ਼ ਅਸੀਂ ਸੌਖੀ ਮੁਹੱਈਆ ਕਰਾ ਸਕਦੇ ਸੀ, ਵੈਂਟੀਲੇਟਰ ਹਰ ਥਾਂ ਨਹੀਂ ਚੱਲ ਸਕਦੇ, ਹਸਪੀਟਲ ਦੀਆਂ ਫੈਸਿਲਿਟੀਜ਼ ਸਾਰੇ ਥਾਵਾਂ ਤੇ ਨਹੀਂ ਦਿੱਤੀਆਂ ਜਾ ਸਕਦੀਆਂ। ਉਹ ਸਾਡਾ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਜਿਹੜਾ ਗੁਰੂ ਰਾਮਦਾਸ ਜੀ ਦਾ ਬਣਿਆ ਹੋਇਆ, ਉਹ ਸਾਰਾ ਅਸੀਂ ਹਸਪਤਾਲ ਡੈਡੀਕੇਟ ਕੀਤਾ ਹੋਇਆ। ਉੱਥੇ ਬਕਾਇਦਾ ਸਾਰੇ ਵੈਂਟੀਲੇਟਰ ਚੱਲ ਰਹੇ ਆ, ਸਾਰੀਆਂ ਦਵਾਈਆਂ ਮੁਹੱਈਆ ਕੀਤੀਆਂ ਜਾ ਰਹੀਆਂ, ਸਾਰਾ ਇਲਾਜ ਚੱਲ ਰਿਹਾ। ਔਰ ਉਹ ਸਾਰੇ ਇਲਾਜ ਨੂੰ ਅਸੀਂ ਕਿਸੇ ਥਾਂ ਦੇ ਉੱਤੇ ਬਾਹਰ ਨਹੀਂ ਲਿਜਾ ਸਕਦੇ। ਸਾਨੂੰ ਐਕਸਪਰਟ ਡਾਕਟਰ ਚਾਹੀਦੇ ਆ। खबर मानसा तो है जिथे सेहत विभाग का वड्डा कारनामा सामने आया है। वड्डी लापरवाही सामने आई है। दरअसल एक शख्स ते उसकी भरजाई मानसा जिला अदालत च लगे कैंप च वैक्सीन लगवाउण गए। शख्स नूं वैक्सीन तां लगा दित्ती, जबकि उसकी भरजाई नूं यह कह के वैक्सीन नहीं लगाई कि वह बच्चे नूं दुध पिआउंदी है। पर जब सर्टिफिकेट बन के आए तो होश उड़ गए। नौजवान के सर्टिफिकेट ते लिखिया सी कि तुसीं बच्चे नूं दुध पिआउंदे हो, इसलिए तुहानूं वैक्सीन नहीं लग सकदी, जबकि उसकी भरजाई के सर्टिफिकेट ते लिखिया सी कि तुहानूं सफलता नाल वैक्सीन लग चुकी है।
ਉਹਨਾਂ ਦੀ ਮਹਾਂਮਾਰੀ 'ਚ ਜਿਵੇਂ ਕਹਿੰਦੇ ਵੈਕਸੀਨ ਜ਼ਰੂਰੀ ਹੈ, ਜਦ ਕਿ ਮੈਂ ਵੈਕਸੀਨ ਲਗਵਾਉਣ ਗਿਆ ਤਾਂ ਨਾਲ ਮੇਰੇ ਭਾਬੀ ਜੀ ਵੀ ਗਏ ਵੈਕਸੀਨ ਲਗਵਾਉਣ। ਵੈਕਸੀਨ ਤਾਂ ਅਸੀਂ ਲਗਵਾ ਲਈ, ਮੇਰੀ ਵੈਕਸੀਨ ਹੋ ਚੁੱਕੀ ਸੀ ਪਹਿਲਾਂ ਉਹਨਾਂ ਤੋਂ। ਜਦੋਂ ਉਹਨਾਂ ਨੇ ਲਗਾਈ ਵੈਕਸੀਨ ਤਾਂ ਬੇਬੀ ਨੂੰ ਫੀਡ ਕਰਦੇ ਨੇ, ਉਹਨਾਂ ਨੇ ਮਨਾ ਕਰ ਦਿੱਤਾ ਵੀ ਬੇਬੀ ਫੀਡ ਕਰ ਰਿਹਾ, ਵੈਕਸੀਨ ਨਹੀਂ ਲੱਗ ਸਕਦੀ। ਤਾਂ ਉਸ ਤੋਂ ਬਾਅਦ ਉਹਨਾਂ ਦੀ ਵੈਕਸੀਨ ਨਹੀਂ ਲੱਗੀ, ਮੇਰੀ ਲੱਗ ਚੁੱਕੀ ਸੀ। ਪਰ ਜਦੋਂ ਅਸੀਂ ਘਰ ਗਏ ਤਾਂ ਕੁਝ ਟਾਈਮ ਬਾਅਦ ਮੈਸੇਜ ਆਇਆ, ਉਹਨਾਂ ਦਾ ਸਰਟੀਫਿਕੇਟ ਬਣ ਗਿਆ ਅਤੇ ਮੇਰਾ ਆ ਗਿਆ ਮੈਸੇਜ ਵੀ ਤੁਹਾਡੀ ਵੈਕਸੀਨ ਸਕਸੈਸਫੁਲ ਹੋ ਗਈ ਕਿਉਂਕਿ ਤੁਸੀਂ ਬੇਬੀ ਨੂੰ ਫੀਡ ਕਰ ਰਹੇ ਹੋ। ਅੱਗੇ ਵਧਦਿਆਂ ਤੇਲ ਦੀਆਂ ਕੀਮਤਾਂ ਦੇ ਵਿੱਚ ਫਿਰ ਵਾਧਾ ਹੋਇਆ। ਲਗਾਤਾਰ ਚੌਥੇ ਦਿਨ ਵੀ ਤੇਲ ਦੀਆਂ ਕੀਮਤਾਂ ਵਧੀਆਂ ਨੇ। 28 ਪੈਸੇ ਪ੍ਰਤੀ ਲੀਟਰ ਪੈਟਰੋਲ ਮਹਿੰਗਾ ਹੋਇਆ ਤੇ ਡੀਜ਼ਲ ਦੀ ਕੀਮਤ ਦੇ ਵਿੱਚ 31 ਪੈਸੇ ਦਾ ਇਜ਼ਾਫਾ ਹੋਇਆ। 4 ਦਿਨ 'ਚ 1 ਰੁਪਏ ਵਧੀਆਂ ਨੇ ਇਹ ਕੀਮਤਾਂ। ਤੇਲ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਲਗਾਤਾਰ ਚੌਥੇ ਦਿਨ ਇਹ ਵਾਧਾ ਹੋਇਆ ਤੇ ਤਕਰੀਬਨ ਜੇ ਹੁਣ 4 ਦਿਨਾਂ ਦੀ ਗੱਲ ਕਰੀਏ ਤਾਂ ਟੋਟਲ 1 ਰੁਪਏ ਇਹ ਕੀਮਤਾਂ ਵੱਧ ਚੁੱਕੀਆਂ ਨੇ। 28 ਪੈਸੇ ਪ੍ਰਤੀ ਲੀਟਰ ਪੈਟਰੋਲ ਦੇ ਵਿੱਚ ਇਜ਼ਾਫਾ ਹੋਇਆ ਤੇ ਡੀਜ਼ਲ ਦੀ ਕੀਮਤ ਦੇ ਵਿੱਚ ਅੱਜ 31 ਪੈਸੇ ਦਾ ਇਜ਼ਾਫਾ ਹੋਇਆ। ਹੁਣ ਤੁਹਾਨੂੰ ਸੰਗਰੂਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ, ਜਿਸ ਵਿੱਚ ਸੰਗਰੂਰ ਅਦਾਲਤ ਦੇ ਜ਼ਿਲ੍ਹਾ ਅਟਾਰਨੀ ਡੀਕੇ ਗਰਗ ਇੱਕ 17 ਸਾਲਾਂ ਦੇ ਲੜਕੇ ਨਾਲ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ। ਸਾਹਿਬ ਨੇ ਇਸ ਲਈ ਇਸ ਲੜਕੇ ਨੂੰ ਕੁੱਟਿਆ ਕਿਉਂਕਿ ਲੜਕੇ ਦੀ ਬਾਈਕ ਅਟਾਰਨੀ ਸਾਹਿਬ ਦੀ ਗੱਡੀ ਨਾਲ ਟਕਰਾ ਗਈ ਸੀ। ਹਾਲਾਂਕਿ ਨਾਬਾਲਿਗ ਲੜਕੇ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਆਪਣੀ ਮਾਤਾ ਨੂੰ ਹਸਪਤਾਲ ਤੋਂ ਲਿਜਾਣ ਲਈ ਆਇਆ ਸੀ, ਪਰ ਗਲਤੀ ਨਾਲ ਉਸ ਦੀ ਬਾਈਕ ਕਾਰ ਨਾਲ ਟਕਰਾ ਗਈ। ਲੜਕੇ ਦੇ ਮੁਤਾਬਿਕ ਗੱਡੀ ਦਾ ਕੋਈ ਨੁਕਸਾਨ ਨਹੀਂ ਸੀ ਹੋਇਆ, ਪਰ ਉਸ ਨਾਲ ਕੁੱਟਮਾਰ ਕਰ ਦਿੱਤੀ ਗਈ। ਉਧਰ ਮੌਕੇ ਤੇ ਪੁਲਿਸ ਮੁਲਾਜ਼ਮ ਵੀ ਅਟਾਰਨੀ ਦਾ ਪੱਖ ਪੂਰਿਆ ਤੇ ਬੱਚੇ ਨਾਲ ਕੀਤੀ ਕੁੱਟਮਾਰ ਤੋਂ ਸਾਫ਼ ਇਨਕਾਰ ਕਰ ਦਿੱਤਾ। ਉੱਥੇ ਹਸਪਤਾਲ ਗਿਆ, ਸਿਵਲ ਹਸਪਤਾਲ ਹੀ। ਕੀ ਕਰਨ? ਉਹ ਮਾਤਾ ਲੈਣ ਆਇਆ ਸੀ। ਕੀ ਲੈਣ? ਮੰਮੀ ਲੈਣ ਆਇਆ ਸੀ ਉੱਥੇ ਹੀ। ਅੱਛਾ। ਉਹ ਮੈਂ ਮੋਟਰਸਾਈਕਲ ਤੇ ਆਇਆ ਸੀ, ਉਹਨਾਂ ਦੇ ਵਿੱਚ ਮੋਟਰਸਾਈਕਲ ਵੱਜੀ, ਗਲਤੀ ਮੇਰੀ ਵੀ ਸੀ। ਉਹਨਾਂ ਦੇ ਇੰਨਾ ਨੁਕਸਾਨ ਨਹੀਂ ਹੋਇਆ ਜੀ। ਉਹਨਾਂ ਨੇ ਮੈਨੂੰ ਕੁੱਟਿਆ ਵੀ। ਕਿੰਨਾ ਨੇ ਕੁੱਟਿਆ? ਗੱਡੀ ਵਾਲੇ ਨੇ। ਅੱਛਾ, ਕੁੱਟਿਆ? ਹਾਂਜੀ। ਕਿੰਨਾ? ਬਹੁਤ ਕੁੱਟਿਆ। ਅੱਛਾ, ਫਿਰ ਕੀ ਕੀਤਾ? ਫਿਰ ਉਹਨਾਂ ਨੇ ਮੈਨੂੰ ਕੁੱਟਿਆ ਜੀ, ਨਾਲੇ ਗਲਤੀ ਉਲਟੀ ਤਾਂ ਮੰਗਾ ਲਈ। ਬਹੁਤ ਕੁੱਟੀ। ਡੀਏ ਸਾਹਿਬ ਨੇ ਅਦਾਲਤਾਂ ਸੰਗਰੂਰ। ਅੱਛਾ ਜੀ। ਉਹਨਾਂ ਦੀ ਗੱਡੀ ਦੇ ਵਿੱਚ ਇਹ ਮੁੰਡਾ ਸੀਗਾ। ਆ ਨਹੀਂ ਉਹਦਾ ਕਿਤੇ, ਉਹਦੀ ਉਮਰ 17.5 ਸਾਲ ਦੀ ਤੇ ਉਹਦਾ ਮੋਟਰਸਾਈਕਲ ਵਿੱਚ ਵੱਜਿਆ। ਹਾਂ। ਠੀਕ ਆ, ਬੱਚੇ ਨੇ ਗਲਤੀ ਮੰਨ ਲਈ, ਬਸ ਪਾਰ ਕਰ। ਡੀਏ ਲੈ ਕੇ ਤਾਂ ਕੀ ਨਾਮ ਉਹਨਾਂ ਦਾ? ਹਾਂ, ਡੀਏ ਗਰਗ ਸਾਹਿਬ ਹੀ ਕਹਿੰਦੇ ਆ। ਦੇਖੀ ਡੀਏ ਸਾਹਿਬ ਦਾ ਕੀ ਨਾਮ ਹੈ। ਬਾਕੀ ਜਿਹੜਾ ਇਸ ਤੋਂ ਜ਼ਿਆਦਾ ਲੈਣਾ ਤੁਸੀਂ ਐਸਐਚਓ ਸਾਹਿਬ ਨਾਲ ਉਹ ਜਵਾਕ ਨੂੰ ਕੁੱਟਿਆ, ਉਹਦੇ ਬਾਰੇ ਨਹੀਂ ਮੈਨੂੰ ਪਤਾ ਹੈਗਾ। ਸਾਨੂੰ ਉਹਦੇ ਬਾਰੇ ਨਹੀਂ ਪਤਾ ਹੈਗਾ। ਉਹਨਾਂ ਦੀ ਜਵਾਕ ਨੂੰ ਕੁੱਟਿਆ, ਉਹਦੇ ਬਾਰੇ ਸਾਨੂੰ ਨਹੀਂ ਪਤਾ ਹੈਗਾ। ਸਾਨੂੰ ਨਹੀਂ ਪਤਾ ਉਹਦੇ ਇਹ ਕੀ ਕਰ ਰਿਹਾ ਸੀਗਾ ਵਹੀਕਲ? ਇਹਦੇ ਬਾਰੇ ਸਾਨੂੰ ਨਹੀਂ ਪਤਾ ਹੈਗਾ। ਉਹਦਾ ਮੋਟਰਸਾਈਕਲ ਉਹਦੀ ਗੱਡੀ 'ਚ ਲੱਗਿਆ। ਹਾਂਜੀ, ਉਹਦਾ ਮੋਟਰਸਾਈਕਲ ਬੱਚੇ ਦਾ ਗੱਡੀ 'ਚ ਲੱਗਿਆ। ਗੱਡੀ 'ਚ ਲੱਗਿਆ। ਅੱਛਾ ਜੀ। ਫਿਰ ਉਹਨਾਂ ਨੇ ਫੋਨ ਕੀਤਾ ਤੁਹਾਨੂੰ? ਹਾਂਜੀ, ਫੋਨ ਕੀਤਾ ਸੀ, ਅਸੀਂ ਆਏ ਸੀ ਮੌਕੇ 'ਤੇ। ਹੁਣ ਕੁਝ ਉਹ ਤਸਵੀਰਾਂ ਜੋ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰਦੀਆਂ ਨੇ। ਪਹਿਲੀ ਤਸਵੀਰ ਫਗਵਾੜਾ ਦੀ ਹੈ, ਜਿੱਥੇ ਲਾਕਡਾਊਨ ਦੇ ਦੌਰਾਨ ਦੌਰੇ ਤੇ ਨਿਕਲੇ ਐਸਐਚਓ ਨੇ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਦੇ ਨੇ ਤੇ ਫਿਰ ਸਸਪੈਂਸ਼ਨ ਚੱਲਦੇ ਨੇ। ਜਦਕਿ ਦੂਸਰੀ ਤਸਵੀਰ ਫਿਲੌਰ ਤੋਂ ਹੈ, ਜਿੱਥੇ ਪੁਲਿਸ ਦਾ ਕਾਰਨਾਮਾ ਸਵਾਲਾਂ ਦੇ ਘੇਰੇ 'ਚ ਹੈ। ਇੱਥੇ ਪੁਲਿਸ ਨੇ ਬੰਦ ਦੁਕਾਨ ਦਾ ਸ਼ਟਰ ਖੁਲਵਾ ਕੇ ਇੱਕ ਦਰਜੀ ਦਾ ਚਲਾਨ ਕੱਟ ਦਿੱਤਾ ਤੇ ਉਹ ਵੀ ਮਾਸਕ ਦਾ। ਤੇ ਫਗਵਾੜਾ ਵਿੱਚ ਸਬਜ਼ੀ ਵਾਲੇ ਨਾਲ ਧੱਕੇਸ਼ਾਹੀ ਕਰਨ ਵਾਲੇ ਐਸਐਚਓ ਦਾ ਮਸਲਾ ਅਜੇ ਠੰਡਾ ਨਹੀਂ ਹੋਇਆ ਕਿ ਹੁਣ ਫਿਲੌਰ 'ਚ ਵੀ ਇੱਕ ਹੋਰ ਐਸਐਚਓ ਦੀ ਧੱਕੇਸ਼ਾਹੀ ਸਾਹਮਣੇ ਆਈ ਹੈ। ਐਸਐਚਓ ਨੇ ਦਰਜੀ ਦੀ ਬੰਦ ਦੁਕਾਨ ਨੂੰ ਖੁਲਵਾਇਆ ਤੇ ਫਿਰ ਉਸ ਦਾ ਮਾਸਕ ਦਾ 1000 ਰੁਪਏ ਦਾ ਚਲਾਨ ਕੱਟ ਦਿੱਤਾ। ਸੀਸੀਟੀਵੀ ਤਸਵੀਰਾਂ 'ਚ ਐਸਐਚਓ ਦੀ ਇਹ ਧੱਕੇਸ਼ਾਹੀ ਕੈਦ ਹੋਈ ਹੈ।